ਸੰਗਰੂਰ ਦੇ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਘਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਬਣਾਈ ਗਈ ਨੀਤੀ ਦੇ ਵਿੱਚ ਕੀਤੀ ਗਈ ਸੋਧ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਇਸ ਧਰਨੇ ਦਾ ਕਾਰਨ ਵੀ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਵੀ ਚਰਚਾ ਕੀਤੀ। ਤਾਂ ਜਦੋਂ ਅਧਿਕਾਰੀ ਅਤੇ ਮੰਤਰੀ ਇਹਨਾਂ ਸੁਰੱਖਿਆ ਲੈ ਕੇ ਘੁੰਮ ਰਹੇ ਨੇ ਤਾਂ ਜ਼ਾਹਿਰ ਹੈ ਕਿ ਉਹਨਾਂ ਨੂੰ ਡਰ ਹੋਣਾ ਚਾਹੀਦਾ, ਤਾਂ ਇਸੇ ਲਈ ਇੰਨੀ ਸੁਰੱਖਿਆ ਰੱਖੀ ਗਈ ਹੈ ਤੇ ਸਪਸ਼ਟ ਹੋ ਕੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਚੱਲ ਰਹੀ, ਉਸ ਦੇ ਉੱਤੇ ਧਿਆਨ ਦੇਣ ਦੀ ਜਿਹੜੀ ਗੱਲ ਹੈ ਉਹ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੀਆਂ ਵੱਡੀਆਂ ਏਜੰਸੀਆਂ ਦੇ ਵੱਲੋਂ ਕਤਲ ਦੀ ਜਾਂਚ ਕਰਵਾਉਣ ਦੀ ਮੰਗ ਵੀ ਕਿਤੇ ਨਾ ਕਿਤੇ ਕੀਤੀ ਗਈ ਹੈ। ਉਹਦਾ ਮਤਲਬ ਹੈ ਕਿ ਜਿਹੜੀਆਂ ਸਾਂਝੀਆਂ ਜ਼ਮੀਨਾਂ ਹੈਗੀਆਂ ਹੁਣ ਜੇ ਪੰਚਾਇਤਾਂ ਦੇ ਵਿੱਚ ਚਲੀਆਂ ਗਈਆਂ ਤੇ ਜਿਹੜੇ ਕਿਸਾਨ ਹੈਗੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹਨਾਂ ਦਾ ਹੱਕ ਸਰਕਾਰ ਖੋ ਕੇ ਲੈ ਸਕਦੀ ਹੈ। ਪਰ ਆਰਟੀਕਲ 31A ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕੋਈ ਵੀ ਸਰਕਾਰ ਕਿਸੇ ਦੀ ਜ਼ਮੀਨ ਬਗੈਰ ਮੁਆਵਜ਼ੇ ਤੋਂ ਖੋ ਨਹੀਂ ਸਕਦੀ। ਇਹ ਚੀਜ਼ ਸਰਕਾਰ ਨੇ ਸੋਚੀ ਨਹੀਂ ਹੈ। ਤੇ ਜਿਹੜਾ ਅਸੀਂ ਗਵਰਨਰ ਸਾਹਿਬ ਦੇ ਕੋਲੇ ਗਏ ਹਾਂ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਉੱਤੇ ਦਸਖਤ ਕਰਤੇ ਹੈ, ਪਰ ਜਿਹੜੀ ਤੁਹਾਡੇ ਕੋਲੇ ਕਮੀ ਹੁਣ ਤੁਸੀਂ ਦੇਖਦੇ ਹੋ ਕਿ ਸਰਕਾਰ ਨੇ ਪੁਰਾਣੀ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਸੀ ਉਹ ਮੈਨੂੰ ਲਿਖ ਕੇ ਭੇਜ ਕੇ ਮੇਰੇ ਦਸਖਤ ਕਰਾ ਦੇ ਹੈ, ਪਰ ਜਿਹੜਾ 5 ਮੈਂਬਰਾਂ ਦਾ ਬੈਂਚ ਸੁਪਰੀਮ ਕੋਰਟ ਦਾ ਬਾਅਦ 'ਚ ਮਿਲਿਆ ਹੈ ਜਿਹੜਾ ਕਹਿੰਦਾ ਕੰਪਨਸੇਸ਼ਨ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ। ਸੋ ਇਹਦਾ ਮਤਲਬ ਹੈ ਕਿ ਸਾਡੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਪੰਜਾਬ ਦੀਆਂ ਖੋਈਆਂ ਜਾਣਗੀਆਂ ਤੇ ਜਿਹੜੀਆਂ ਕਿਸਾਨਾਂ ਦੀਆਂ ਤੇ ਕਿਸਾਨ ਜਿਹੜੇ ਆਰਗੇਨਾਈਜੇਸ਼ਨਸ ਹੈਗੇ ਆ ਰੋਜ਼ ਧਰਨੇ ਲਾਉਂਦੇ ਆ ਉਹਨਾਂ ਨੇ ਇਹ ਜਿਹੜੀ ਚੀਜ਼ ਸਰਕਾਰ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਕੀਤੀ ਹੈ ਉਹਨਾਂ ਨੇ ਇਹਦੇ ਉੱਤੇ ਕੋਈ ਗੱਲ ਨਹੀਂ ਕੀਤੀ, ਨਾ ਮੋਰਚਾ ਲਾਇਆ। ਰੋਜ਼ ਮੋਰਚੇ ਲਾ ਲੈਂਦੇ ਆ ਪਰ ਉਹ ਇਹਦੇ ਵਿੱਚ ਮੰਨ ਗਏ ਹੈ ਸਰਕਾਰ ਦੀ ਸਕੀਮ ਕਿ ਜਿਹੜੀਆਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਹੈਗੀਆਂ ਜੁਮਲਾ ਮੁਸ਼ਤਰਕਾ ਮਾਲਕਾਂ ਉਹ ਜਿਹੜੀਆਂ ਪੰਚਾਇਤ ਪੈ ਗਈਆਂ ਉਹਦੇ ਬਾਰੇ ਕਿਸਾਨ ਯੂਨੀਅਨ ਬੋਲੇ ਨਹੀਂ ਹੈ। ਬਾਕੀ ਸਾਡੇ ਸੁਪਰੀਮ ਕੋਰਟ ਦੇ ਵਕੀਲ ਹੈ ਇਹ ਤੁਹਾਨੂੰ ਬਾਕੀ ਦਾ ਸਮਝਾ ਦਿੰਦੇ ਹੈ ਲੀਗਲ ਪੁਆਇੰਟ। ਸੋ ਤਾਜ਼ਾ ਜਾਣਕਾਰੀ ਲੈ ਲੈਂਦੇ ਹਾਂ, ਸਾਡੇ ਨਾਲ ਅਮਿਤ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ। ਅਮਿਤ, ਅੱਜ ਇੱਕ ਅਹਿਮ ਖਾਸ ਮੁਲਾਕਾਤ ਜਿਹੜੀ ਹੈ MP ਸਿਮਰਜੀਤ ਸਿੰਘ ਮਾਨ ਦੇ ਵੱਲੋਂ ਮੁਲਾਕਾਤ ਜਿਹੜੀ ਹੈ ਪੰਜਾਬ ਦੇ ਗਵਰਨਰ ਦੇ ਨਾਲ ਕੀਤੀ ਗਈ ਹੈ, ਤਾਂ किस तरीके ਦੇ ਨਾਲ देखा जा सकता है इस मुलाकात ਨੂੰ? देखिए 20 सीधे तौर पर बात करें तो जो आज हम कह सकते हैं कि संगरूर से लोकसभा सांसद सिमरजीत मान जमीनों के मसले को लेकर गए थे। उनका सीधे तौर पर कहना है कि जो जुमला सरका मालिकाना हक जो जमीनों का जमींदारों के पास था वो एक अमेंडमेंट करके जो लॉज जो हम कह सकते हैं जमीन एक्वायर करने के लॉज में अमेंडमेंट करके वो जमीन जो किसानों की थी वो पंजाब सरकार एक्वायर कर रही है। वो कह रही है कि जबरदस्ती संशोधन किया गया जो लीगल नहीं है और जो जमीन वापस एक्वायर की जा रही है उसके लिए क्योंकि सरकार के पास हक होता है कि अगर कोई प्रोजेक्ट की जरूरत है तो जमीन एक्वायर कर सकती है, पर उसके लिए उन्हें एक मुआवजा देना पड़ता है। पर जो पंजाब सरकार जमीन एक्वायर कर रही है वो पहले तो अमेंडमेंट लीगली नहीं बनता क्योंकि ऑलरेडी जमीन का हक है और उसके बाद जो एक्वायर की जा रही है किसी प्रोजेक्ट के तहत तो उसका मुआवजा बनता है जो मुआवजा नहीं दिया जा रहा है। तो इस एक बड़े मसले को लेकर सीधे तौर पर सिमरजीत मान यहाँ पहुंचे थे पंजाब के राज्यपाल से मुलाकात करने और उन्होंने अपील की थी कि इस मसले के ऊपर वो दोबारा से सोच विचार करें क्योंकि ऑलरेडी इस अमेंडमेंट के लिए राज्यपाल की अगर हम कहें सिग्नेचर हो चुके हैं, ये चीज खुद राज्यपाल मान चुके हैं। जो सिमरजीत मान ने बताया कि उनके पास फाइल आई थी, उस फाइल को लेकर उन्होंने
सहमति जता दी और वो अब हम कह सकते हैं केंद्र सरकार के पास जा चुकी है अप्रूवल के लिए, क्योंकि कोई भी अमेंडमेंट होती है वो पहले राज्यपाल के पास जाएगी, स्टेट गवर्नमेंट के, उसके वहां से उन्हें फॉरवर्ड किया जाता है सेंट्रल गवर्नमेंट के, जो वहां से फाइनल मोहर लगेगी, उसके बाद लॉज में अमेंडमेंट होंगे। पर पंजाब सरकार ने अभी तक ऑफिशियल अमेंडमेंट नहीं हुआ है, पर जमीन एक्वायर करनी शुरू कर दी है, जिसके बाद हम कह सकते हैं कि किसानों की जमीन दी जा रही है बिना कोई मुआवजा दिए। तो इसको लेके वो आज हम कह सकते हैं कि MP सिमरजीत मान पहुंचे, जहाँ उन्होंने कहा था कि अगर ये जमीन एक्वायरेशन नहीं रुकी और मुआवजा नहीं दिया गया तो उसके लिए वो चाहे हाईकोर्ट जाना पड़े, वो हाईकोर्ट जाएंगे और हाईकोर्ट पे भी बात नहीं बनी तो सुप्रीम कोर्ट का भी दरवाजा खटखटाएंगे। अमित, जिस तरीके ਦੇ ਨਾਲ ਪਿਛਲੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਵਕਤ ਕਿਸਾਨਾਂ ਦੇ ਵੱਲੋਂ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਗਏ ਸੀ, ਤਾਂ ਕੀ ਲੱਗਦਾ ਕਿ ਅੱਜ ਤੋਂ ਮੁੜ ਤੋਂ ਹਾਲਾਂਕਿ ਕਿਸਾਨਾਂ ਦੇ ਵੱਲੋਂ ਹੋਰ ਕਈ ਮੰਗਾਂ ਨੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਪਰ ਅੱਜ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਰਾਜਪਾਲ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਜਿਹੜੀ ਜ਼ਮੀਨਾਂ ਦੀ ਐਕਵਾਇਰਿੰਗ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਹੈ, ਕਿਤੇ ਨਾ ਕਿਤੇ ਕਿਸਾਨਾਂ ਦੇ ਲਈ ਲਾਹੇਵੰਦ ਹੋ ਸਕਦੀ ਹੈ? जी बिल्कुल, किसानों के लिए ये फायदेमंद होगी ही, क्योंकि देखिए जो जमीन एक्वायर की जा रही है, पंजाब सरकार ये कह रही है कि ये जमीन सरकार की थी पर बहुत पुराने समय से लोगों ने इनके ऊपर कब्जा कर रखा था, पर जहां पर जिन जिन की जमीन एक्वायर की जा रही है उनके बाकायदा मालिकाना हक है, उनके पास रजिस्ट्री है, उनके पास डॉक्यूमेंट्री प्रूफ है, पर क्योंकि वो डॉक्यूमेंट्री प्रूफ और हम कह सकते हैं कि सरकार के डॉक्यूमेंट्री प्रूफ क्लैश हो रहे हैं, कहीं ना कहीं फाइलिंग सिस्टम में या फिर उनके अलग अलग कारणों से उनका जो मेन मालिकाना हक है वो कंफ्यूजिंग स्टेट पे है, जिसको लेके हम कह सकते हैं वहां पर पंजाब सरकार खुद को प्रायोरिटाइज करती है और खुद को आगे रख के जमीन को अपने नाम करवा रही है, पर यहीं पर सवाल खड़े कर दिए जाते हैं। किसानों का कहना है कि जब हमारे पास कई सालों से, अगर हम कहें कि कई किसान ऐसे जिनके पास जो जमीनें हैं वो इंडिपेंडेंस से पहले की, मतलब हमारी आजादी से पहले की जमीन उनके पास है, और आखिर उन जमीनों को भी अब हम कह सकते हैं पंजाब सरकार एक्वायर करी, तो जिसको लेके वो सवाल खड़े कर रहे हैं कि जब हमारे पास इनका मालिकाना हक है तो आखिर क्यों जोर जबरदस्ती से ये जमीन हमसे ली जा रही है, और अगर ली भी जा रही है, अगर सरकार को प्रोजेक्ट चाहती है तो हमें उसके लिए या तो प्रॉपर कंपनसेशन दिया जाए, कंपनसेशन भी पंजाब सरकार की तरफ से नहीं दिया जा रहा, तो ये लेकर काफी ज्यादा विरोध चल रहा है। अब सवाल आप कह सकते हैं कि खड़े होने शुरू हो चुके हैं, जैसे आप देख सकते हैं सांसद सिमरजीत मान ने भी आवाज खड़ी की है, उसके अलावा किसान भी लगातार आवाज उठा रहे हैं, पर अभी तक मेजर हम कह सकते हैं एक्शन नहीं लिया गया। अब ये देखना होगा कि खुद राज्यपाल के दोबारा पहुंचे हैं सांसद सिमरजीत मान, अब उसके बाद उनके जाने से क्या कोई असर होता है ये समय ही बताएगा। ठीक है अमित, बहुत बहुत शुक्रिया इस तमाम जानकारी के वास्ते।